तो साध संगत जी, एक सवाल होर साडे कोल है। ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪੰਨੇ 641 ਤੇ ਗੁਰੂ ਅਰਜਨ ਸਾਹਿਬ ਜੀ ਦਾ ਸ਼ਬਦ ਹੈ ਕਿ ਪਾਠ ਪੜਿਓ ਔਰ ਵੇਦ ਵਿਚਾਰਿਓ, ਨਿਵਲ ਭੰਗਮ ਸਾਧੇ, ਪੰਜ ਜਨਾਂ ਸੇ ਸੰਗ ਨ ਛੁਟਿਓ, ਅਧਿਕ ਅਹੰ ਬੁੱਧ ਬਾਧੇ, ਪਿਆਰੇ ਇਨ ਬਿਦ ਮਿਲਣ ਜਾਈ, ਮੈਂ ਕੀਏ ਕਰਮ ਨੇਕਾ। ਲੰਬਾ ਸ਼ਬਦ ਹੈ ਜੀ। ਤੇ ਇਹਦੇ ਵਿੱਚ ਜਿਹੜਾ ਸਾਨੂੰ ਸਵਾਲ ਆਇਆ, ਉਹ ਸਵਾਲ ਆਇਆ ਸਾਨੂੰ ਰਾਜ ਰੇਖੀ ਜੀ ਇੱਥੋਂ ਕੈਨੇਡਾ ਤੋਂ ਨੇ। ਉਹਨਾਂ ਨੇ ਕਿਹਾ ਕਿ ਕਿਆ ਇਹ ਗੱਲ ਜਿਹੜੀਆਂ ਇਹ ਕਰਮਕਾਂਡ ਦੱਸੇ ਨੇ ਗੁਰੂ ਅਰਜਨ ਸਾਹਿਬ ਜੀ ਨੇ ਆਪ ਕੀਤੇ ਸਨ? ਕਿਉਂਕਿ ਤੁਕ ਵਿੱਚ ਆਉਂਦੀ ਹੈ ਨਾ ਕਿ ਮੈਂ ਕੀਏ ਕਰਮ ਅਨੇਕਾ, ਸ਼ਾਇਦ ਇਸ ਤੋਂ ਥੋੜਾ ਭੁਲੇਖਾ ਲੱਗਦਾ ਹੋਵੇ ਵੀ ਆਇਆ ਗੁਰੂ ਅਰਜਨ ਸਾਹਿਬ ਜੀ ਨੇ ਆਪ ਇਹ ਸਾਰੇ ਕਰਮਕਾਂਡ ਕੀਤੇ ਸਨ ਜਾਂ ਨਹੀਂ। ਇਹ ਸਵਾਲ ਹੈ। ਇਹਦੇ ਬਾਰੇ ਮੈਂ ਬੇਨਤੀ ਕਰ ਰਿਹਾ ਵੀਰ ਐਮਪੀ ਸਿੰਘ ਜੀ ਨੂੰ ਕਿ ਉਹ ਸਾਨੂੰ ਇਹਦੇ ਚ ਜ਼ਰਾ ਥੋੜ ਕੇ ਵਿਸਥਾਰ ਸਹਿਤ ਦੱਸਣ। ਔਰ ਸਕਰੀਨ ਤੇ ਇਹ ਸ਼ਬਦ ਵੀ ਆ ਰਿਹਾ ਹੈ। तो वीर जी, एमपी सिंह जी, आप कृपा करके ਇਹਦੇ ਬਾਰੇ ਸਮਝਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਆਪ ਜੀ ਦੇਖ ਰਹੇ ਹੋ ਸਕਰੀਨ ਤੇ ਸ਼ਬਦ ਇਹ ਅਸ਼ਟਪਦੀ ਹੈ ਗੁਰੂ ਗ੍ਰੰਥ ਸਾਹਿਬ ਦੇ ਅੰਗ 641 ਦੇ ਉੱਪਰ ਸੋਰਠ ਰਾਗ ਦੇ ਅੰਦਰ ਗੁਰੂ ਅਰਜਨ ਪਾਤਸ਼ਾਹ ਦਾ ਉਚਾਰਨ ਕੀਤਾ ਹੋਇਆ ਹੈ। ਸ਼ਬਦ ਦੀ ਜੋ ਰਾਹੋ ਦੀ ਪੰਕਤੀ ਹੈ ਉਸੇ ਨਾਲ ਹੀ ਸੰਬੰਧਿਤ ਮੇਨ ਸਵਾਲ ਵੀ ਹੈ ਕਿ ਪਿਆਰੇ ਇਨ ਵਿਦ ਮਿਲਨ ਨਾ ਜਾਈ, ਮੈਂ ਕੀਏ ਕਰਮ ਅਨੇਕਾ, ਹਾਰ ਪਰਿਓ ਸੁਆਮੀ ਕੈ ਦੁਆਰਾ, ਦੀਜਾ ਬੁੱਧ ਵਿਵੇਕਾ। ਉਸ ਸ਼ਬਦ ਦੇ ਜੋ ਆਲੇ ਦੁਆਲੇ ਬਾਕੀ ਦੇ ਸਾਰੇ ਪਦੇ ਹਨ ਉਹਨਾਂ ਦੇ ਵਿੱਚ ਸਪਸ਼ਟਤਾ ਹੀ ਹੈ। ਔਰ ਮੇਰੇ ਖਿਆਲ ਕਿਸੇ ਨੂੰ ਸ਼ੰਕਾ ਹੋਏਗਾ ਵੀ ਨਹੀਂ ਕਿ ਗੁਰੂ ਅਰਜਨ ਪਾਤਸ਼ਾਹ ਨੇ ਇੱਥੇ ਉਸ ਵੇਲੇ ਦੇ ਸਮਾਜ ਦੇ ਅੰਦਰ ਜੋ ਪ੍ਰਚਲਿਤ ਕਰਮਕਾਂਡ ਸਨ, ਧਾਰਮਿਕ ਕਰਮ ਸਨ, ਉਹਨਾਂ ਚੋਂ ਕਾਫੀ ਸਾਰਿਆਂ ਦੀ ਡਿਟੇਲ ਦੇ ਵਿੱਚ ਰੈਫਰੈਂਸ ਦੇ ਕੇ ਤੇ ਇਹ ਵਿਚਾਰ ਦਿੱਤਾ ਹੈ ਕਿ ਵੀ ਇਹਨਾਂ ਕਰਮ ਕਾਂਡਾਂ ਦੇ ਨਾਲ, ਧਾਰਮਿਕ ਕਰਮਾਂ ਦੇ ਨਾਲ परमात्मा ਦੇ ਨਾਲ ਪਿਆਰ ਦਾ ਸੰਬੰਧ ਨਹੀਂ ਜੁੜਦਾ, परमात्मा ਦੀ ਪ੍ਰਾਪਤੀ ਨਹੀਂ ਹੁੰਦੀ। तो एक एक ਦੇ ਪਾਠ ਪੜਨ, ਵੇਦ ਵਿਚਾਰਨ, ਨਿਉਲੀ ਕਰਮ, ਭਯੰਗਮ, तो ਇਹ ਸਭ ਕੁਝ ਕਰਨ ਦਾ ਜੋ ਹੈ ਉਹਨਾਂ ਨੇ ਰੈਫਰੈਂਸ ਦੇ ਕੇ ਦੇਖਿਆ ਕਿ ਵੀ ਫਿਰ ਵੀ ਇਹ ਮਨ ਦੀ ਅਵਸਥਾ ਨੂੰ ਉੱਚਾ ਨਹੀਂ ਕਰਦੇ ਬਲਕਿ ਹੰਕਾਰ ਨੂੰ ਹੀ ਜਨਮ ਦਿੰਦੇ ਹਨ, ਜਿਵੇਂ ਕਿ ਪਹਿਲੇ ਪਦੇ ਦੇ ਅੰਦਰ ਗੱਲ ਸਪਸ਼ਟ ਹੈਗੀ ਹੈ। ਜਿਹੜਾ ਕਨਫਿਊਜ਼ਨ ਔਰ ਜੋ ਸਵਾਲ ਪੈਦਾ ਹੋਇਆ ਹੈ ਉਹ ਇਸ ਸ਼ਬਦਾਵਲੀ ਤੋਂ ਹੋਇਆ ਹੈ ਕਿ ਮੈਂ ਕੀਏ ਕਰਮ ਅਨੇਕਾਂ। ਜਿਹਦੇ ਤੋਂ ਅਖਰੀ ਅਰਥ ਕਰਦਿਆਂ ਇਹ ਭਾਵ ਬਣਦਾ ਹੈ ਕਿ ਗੁਰੂ ਸਾਹਿਬ ਕਹਿ ਰਹੇ ਹਨ ਕਿ ਵੀ ਮੈਂ ਇਹ ਕਰਮ ਕਰਕੇ ਵੇਖੇ ਨੇ, ਅਨੇਕਾਂ ਕਰਮ ਇਹੋ ਜਿਹੇ ਕੀਤੇ ਨੇ। ਉਹ ਇੱਕ ਵਾਰੀ ਥੋੜਾ ਜਿਹਾ ਇਹ ਦੇਖ ਲਈਏ ਵੀ ਕਿਹੜੇ ਕਿਹੜੇ ਕਰਮਾਂ ਦੀ ਗੱਲ ਆਈ ਹੈ। ਮੋਨੀ ਰਹਿਣ ਦੀ, ਭਾਂਡਾ ਕੋਈ ਨਾ ਵਰਤਣ ਦੀ, ਨੰਗਿਆਂ ਜੰਗਲ ਵਿੱਚ ਫਿਰਨ ਦੀ, ਤਟ ਤੀਰਥਾਂ ਤੇ ਸਾਰੀ ਧਰਤੀ ਤੇ ਘੁੰਮਣ ਦੀ, ਤੇ ਸਿਰ ਦੇ ਉੱਤੇ ਕਰਵੱਤਰ ਧਰਾ ਕੇ ਸਿਰ ਨੂੰ ਆਰੇ ਨਾਲ ਚਿਰਾ ਲੈਣ ਦੀ, ਹਾਂਜੀ। ਫਿਰ ਔਰਤ ਨੂੰ ਦਾਨ ਕਰਨ ਦੀ, ਸੋਨਾ ਦਾਨ ਕਰਨ ਦੀ, ਹਾਥੀ ਘੋੜੇ ਦਾਨ ਕਰਨ ਦੀ, ਅੰਨ ਬਸਤਰ ਦਾਨ ਕਰਨ ਦੀ, ਕਈ ਤਰ੍ਹਾਂ ਦੀਆਂ ਪੂਜਾ ਅਰਚਾ ਡੰਡੋਤ ਆਦਿ ਕਰਨ ਦੀ। ਫਿਰ ਯੋਗੀਆਂ ਦੇ ਜਿਹੜੇ 84 ਆਸਨ ਨੇ ਉਹਨਾਂ ਦੀ ਗੱਲ ਉਹਦੇ ਚ ਰੈਫਰੈਂਸ ਆਇਆ ਹੈ। ਫਿਰ ਰਾਜੇ ਜਿਹੜੇ ਬੜੇ ਹੁਕਮ ਚੜਾ ਕੇ ਆਪਣੇ ਰਾਜ ਦੇ ਉੱਤੇ ਹੰਕਾਰ ਨਾਲ ਫਿਰਦੇ ਨੇ ਜਾਂ ਭੋਗ ਵਿਲਾਸ ਵਿੱਚ ਖਚਤ ਰਹਿੰਦੇ ਨੇ, ਸੋਹਣੀਆਂ ਇਸਤਰੀਆਂ ਔਰ ਸੋਹਣੀ ਸੇਜਾਂ ਦੇ ਵਿੱਚ ਮਸਤ ਰਹਿੰਦੇ ਨੇ, ਪਰਫਿਊਮਸ ਦੀ ਵਰਤੋਂ ਕਰਦੇ ਨੇ। ਇਹ ਸਾਰੀਆਂ ਚੀਜ਼ਾਂ ਦੇ ਰੈਫਰੈਂਸ ਅਲੱਗ-ਅਲੱਗ ਪਦਿਆਂ ਵਿੱਚ ਆਇਆ ਹੈ। तो सोचने वाली गल यह है कि जिन्ने कर्मां दा इस शब्द विच रैफरेंस आया है ये एक जन्म विच एक बंदे दे करन ते वैसे ही मुमकिन नहीं है। जे कोई सिर ते आ रहा तरवा के सिर चिरवा लेगा अपना ते बाकी दे कर्म करन वास्ते ते कोल अपॉर्चुनिटी मुक जाएगी। ते जे वो मौन भयो करपाती रहेगा, बानी च नंगा फिरेगा ते फिर राज वाला जो हुक्म है वो वाले काम नहीं कर सकदा, चोआ चंदन वाले काम नहीं कर सकदा। तो ये एक बंदे वास्ते एक जन्म विच करना तो मुमकिन ही नहीं है। तो फिर ये कोई किवें कह सकदा कि मैं करके ये वेखे ने, तो गल है ही नहीं है। और ना गुरु साहब ने कीते ने। इन्ना कुछ सिद्धांतक तौर ते असीं समझदे भी हां, साडा मन अंदरों गवाही नहीं देगा कि गुरु साहब ने ये काम कीते होणगे। पर कन्फ्यूजन हो रहा शब्दावली की वरतों तो। तो ਇਹਦੇ ਵਾਸਤੇ ਜੋ ਗੱਲ ਸਮਝਣ ਵਾਲੀ ਹੈ ਕਿ ਇਹ ਇੱਕ ਪੋਇਟਿਕ ਟੈਕਨੀਕ ਹੈ ਕਿ ਜਦੋਂ ਗੁਰੂ ਸਾਹਿਬ ਕੋਈ ਕਿਸੇ ਖਾਸ ਤਰ੍ਹਾਂ ਦੇ ਕਰਮਾਂ ਦਾ ਖੰਡਨ ਕਰਦੇ ਹਨ ਜਾਂ ਕਿਸੇ ਖਾਸ ਐਕਟੀਵਿਟੀ ਨੂੰ ਜੋ ਉਹਨਾਂ ਨੇ ਸਮਝਾਉਣਾ ਹੁੰਦਾ ਡਿਟੇਲ ਦੇ ਵਿੱਚ ਤਾਂ ਉਹਨੂੰ ਫਸਟ ਪਰਸਨ ਦੇ ਵਿੱਚ ਯੂਜ਼ ਕਰਕੇ ਤੇ ਉਹਦਾ ਬਿਊਰਾ ਦਿੱਤਾ ਜਾਂਦਾ ਹੈ ਤੇ ਉਹਦਾ ਭਾਵ ਇਹ ਨਹੀਂ ਹੁੰਦਾ ਕਿ ਵਾਕਈ ਪ੍ਰੈਕਟੀਕਲੀ ਉਹਨਾਂ ਨੇ ਕੰਮ ਕੀਤੇ ਹਨ। ਇਹ ਸਿਰਫ ਇੱਕ ਪੋਇਟਿਕ ਟੈਕਨੀਕ ਹੁੰਦੀ ਹੈ ਕਿ ਮੈਂ ਇਹ ਦੇਖਿਆ ਹੈ ਕਰਕੇ।
ਅਸਲ ਇਹਦਾ ਭਾਵ ਅਰਥ ਇਹ ਹੈ ਕਿ ਮੈਂ ਇਹਨਾਂ ਚੀਜ਼ਾਂ ਦਾ ਵਿਸ਼ਲੇਸ਼ਣ ਕੀਤਾ ਹੈ, ਮੈਂ ਇਹਨਾਂ ਨੂੰ ਐਨਾਲਾਈਜ਼ ਕੀਤਾ ਹੈ ਕਿ ਇਹਨਾਂ ਵਿੱਚ ਕੁਝ ਨਹੀਂ ਪਿਆ। ਇਹ ਪਾਠ ਪੜ੍ਹਨੇ, ਵੇਦ ਵਿਚਾਰਨੇ, ਨਿਓਲੀ ਭਯੰਗਮ ਇਹ ਕਰਨੇ, ਇਹਨਾਂ ਦੇ ਨਾਲੋਂ ਰੱਬ ਲੱਭਦਾ ਨਹੀਂ ਹੈ, ਬਲਕਿ ਪੰਜਾਂ ਵਿਕਾਰਾਂ ਦੇ ਨਾਲ ਸੰਗ ਮੁਕਦਾ ਨਹੀਂ ਹੈ ਤੇ ਹੰਕਾਰ ਵੱਧ ਜਾਂਦਾ ਹੈ। ਤੋ ਇਹ ਗੱਲ ਮੈਂ ਐਨਾਲਾਈਜ਼ ਕਰਕੇ ਦੇਖ ਲਈ ਹੈ, ਮੈਨੂੰ ਇਹ ਸਮਝ ਹੈ। ਮੋਹਨ ਭਇਓ ਕਿਰਪਾਤੀ ਰਿਓ, ਨਗਨ ਫਿਰਿਓ ਬਨ ਮਾਈ। ਇਹ ਆਪ ਐਕਚੁਅਲੀ ਜਾ ਕੇ ਬਨ ਦੇ ਵਿੱਚ ਨਗਨ ਫਿਰਨ ਦੀ ਲੋੜ ਨਹੀਂ ਹੈ। ਇਸ ਨੂੰ ਇਮੇਜਿਨ ਕਰਕੇ, ਐਨਾਲਾਈਜ਼ ਕਰਕੇ ਇਹਦਾ ਜੋ ਕਾਜ਼ ਐਂਡ ਇਫੈਕਟ ਹੈ, ਜੋ ਇਹਦੇ ਸਰਕਮਸਟੈਂਸਸ ਨੇ, ਉਹਨਾਂ ਨੂੰ ਮੈਂ ਐਨਾਲਾਈਜ਼ ਕਰਕੇ ਦੇਖ ਲਿਆ ਵੀ ਇਹਦੇ 'ਚੋਂ ਕੁਝ ਨਹੀਂ ਲੱਭਣਾ। ਤੋ ਇਹਦਾ ਭਾਵ ਅਰਥ ਇਹ ਹੈ ਕਿ ਮੈਂ ਇਹਨਾਂ ਨੂੰ ਐਨਾਲਾਈਜ਼ ਕੀਤਾ ਹੈ। ਪਰ ਇਹਨੂੰ ਪੋਇਟਰੀ ਦੇ ਵਿੱਚ ਇਹਨੂੰ ਇੱਕ ਤਰੀਕਾ ਹੈ ਇਹਦਾ ਕਿ ਇਹਨੂੰ ਕਵੀ ਜਿਹੜਾ ਹੈ ਹਮੇਸ਼ਾ ਫਸਟ ਪਰਸਨ ਵਿੱਚ ਜਦੋਂ ਇਹਦਾ ਰੈਫਰੈਂਸ ਦਿੰਦਾ ਹੈ ਤੇ ਉਹ ਪ੍ਰਭਾਵਸ਼ਾਲੀ ਜ਼ਿਆਦਾ ਗੱਲ ਬਣ ਜਾਂਦੀ ਹੈ। ਇਹਦੀ ਮਿਸਾਲਾਂ ਗੁਰਬਾਣੀ 'ਚ ਹੋਰ ਵੀ ਅਨੇਕਾਂ ਮਿਲਦੀਆਂ ਹਨ। ਹੁਣ ਗੁਰੂ ਨਾਨਕ ਪਾਤਸ਼ਾਹ ਨੇ ਜਪਜੀ ਦੇ ਅੰਦਰ ਜਦੋਂ ਗੱਲ ਕੀਤੀ ਹੈ ਮਾੜੇ ਕਰਮ ਕਰਨ ਵਾਲਿਆਂ ਦੀ ਜਿਹੜੀ ਅਸੰਖ ਦੀ ਪੌੜੀ ਹੈ, ਤਾਂ ਉੱਥੇ ਅਖੀਰ ਤੇ ਜਾ ਕੇ ਕਹਿੰਦੇ ਨਾਨਕ ਨੀਚ ਕਹੈ ਵਿਚਾਰ। ਹੁਣ ਕੋਈ ਗੁਰੂ ਨਾਨਕ ਸਾਹਿਬ ਨੀਚ ਕਹਿ ਰਹੇ ਨੇ ਆਪਣੇ ਆਪ ਨੂੰ, ਅਰਥ ਇਹੋ ਹੀ ਬੰਦੇ ਨੇ। ਨਾਨਕ ਦੇ ਕੱਕੇ ਨੂੰ ਔਂਕੜ ਹੈ, ਚੱਚੇ ਨੂੰ ਔਂਕੜ ਹੈ। ਨਾਨਕ ਨੀਚ ਕਹੈ ਵਿਚਾਰ, ਤਾਂ ਇਹ ਥੋੜਾ ਕਿ ਗੁਰੂ ਨਾਨਕ ਸਾਹਿਬ ਹੈ ਹੀ ਨੀਚ ਨੇ। ਇਹ ਸਿਰਫ ਉਹਨਾਂ ਦਾ ਇੱਕ ਨਿਮਰਤਾ ਦੇ ਵਿੱਚ ਆ ਕੇ, ਅਤੀ ਨਿਮਰਤਾ ਵਿੱਚ ਆਪਣੇ ਆਪ ਨੂੰ ਪੇਸ਼ ਕਰਨ ਦਾ ਢੰਗ ਹੈ ਕਿ ਮੈਂ ਇਹ ਨੀਵੇਂ ਕਰਮ ਕਰਨ ਵਾਲਿਆਂ ਦੀਆਂ ਗੱਲਾਂ ਕਰ ਰਿਹਾ ਹਾਂ, ਤੇ ਮੈਂ ਇਹ ਨਹੀਂ ਸਿੱਧ ਕਰਨ ਦੀ ਕੋਸ਼ਿਸ਼ ਕਰ ਰਿਹਾ ਕਿ ਇਹ ਮਾੜੇ ਨੇ ਤੇ ਮੈਂ ਸਭ ਤੋਂ ਚੰਗਾ ਵਾਂ। ਪਰਮਾਤਮਾ ਦੀ ਨਿਗਾਹ ਦੇ ਵਿੱਚ ਉਹ ਕਹਿੰਦੇ ਹਨ ਕਿ ਉਹਦੀ ਭਾਂਤ ਭਾਂਤ ਦੀ ਇਹੋ ਜਿਹੀ ਕੁਦਰਤ ਹੈ, ਜਿਵੇਂ ਪਹਿਲਾਂ ਚੰਗੇ ਬੰਦਿਆਂ ਦੀ ਗੱਲ ਆਈ, ਮਾੜੇ ਬੰਦਿਆਂ ਦੀ ਵੀ ਗੱਲ ਆ ਰਹੀ ਹੈ, ਤੇ ਮੈਂ ਵੀ ਇਹਨਾਂ ਦੇ ਵਿਚਕਾਰ ਹੀ ਹਾਂ। ਮੈਂ ਕਿਤੇ ਕੋਈ ਆਪਣੇ ਆਪ ਨੂੰ ਉੱਚਾ ਸਾਬਤ ਕਰਨ ਦੀ ਕੋਸ਼ਿਸ਼ ਨਹੀਂ ਕਰ ਰਿਹਾ। ਤੋ ਅੱਤ ਦੀ ਨਿਮਰਤਾ ਵਿੱਚ ਆ ਕੇ ਗੁਰੂ ਸਾਹਿਬ ਕਹਿੰਦੇ ਨੇ ਮੈਂ ਨੀਚ ਹਾਂ ਉਸ ਪਰਮਾਤਮਾ ਦੇ ਸਾਹਮਣੇ, ਉਹਦਾ ਮੁਕਾਬਲਾ ਤਾਂ ਕੋਈ ਕਰ ਹੀ ਨਹੀਂ ਸਕਦਾ। ਤੋ ਇਸੇ ਤੋਂ ਜ਼ਿਆਦਾ ਇੱਕ ਹੋਰ ਸਪਸ਼ਟਤਾ ਵਾਲਾ ਗੁਰੂ ਨਾਨਕ ਪਾਤਸ਼ਾਹ ਦਾ ਸ਼ਬਦ ਹੈ, ਜਿਹਦੇ ਵਿੱਚ ਸੇਮ ਟੈਕਨੀਕ ਇਸਤੇਮਾਲ ਕੀਤੀ ਗਈ ਹੈ। ਉਹ ਸ੍ਰੀ ਰਾਗ ਦੇ ਅੰਦਰ ਸ਼ਬਦ ਹੈ, ਏਕ ਸੁਹਾਨ ਦੋਏ ਸੁਹਾਣੀ ਨਾਲ। ਉਹਨੂੰ ਅਗਰ ਆਪਾਂ ਪੜ੍ਹੀਏ, ਗੁਰੂ ਗ੍ਰੰਥ ਸਾਹਿਬ ਦੇ ਅੰਗ 24 ਦੇ ਉੱਪਰ ਸ਼ਬਦ ਹੈ, ਗੁਰੂ ਨਾਨਕ ਪਾਤਸ਼ਾਹ ਦਾ ਉਚਾਰਨ ਕੀਤਾ ਹੋਇਆ ਸ੍ਰੀ ਰਾਗ ਦੇ ਅੰਦਰ, ਮਹਿਲਾ ਪਹਿਲਾ ਘਰ ਚੌਥਾ। ਤੋ ਗੁਰੂ ਸਾਹਿਬ ਆਰੰਭ ਕਰਦੇ ਹਨ ਗੱਲ ਕਿ ਏਕ ਸੁਹਾਨ ਦੋਏ ਸੁਹਾਣੀ ਨਾਲ, ਭਲਕੇ ਭੌਂਕੈ ਸਦਾ ਬਿਆਲ, ਕੂੜ ਛੁਰਾ ਮੁੱਠਾ ਮੁਰਦਾਰ, ਧਾਨਕ ਰੂਪ ਰਹਾ ਕਰਤਾਰ। ਸੁਹਾਨ ਦਾ ਅਰਥ ਆਪ ਜਾਣਦੇ ਹੋ, ਕੁੱਤਾ, ਸੁਹਾਣੀ ਕੁੱਤੀ। ਤੇ ਮੇਰੇ ਨਾਲ ਇਹ ਦੋ ਕੁੱਤਾ ਤੇ ਕੁੱਤੀ ਹਮੇਸ਼ਾ ਰਹਿੰਦੇ ਹਨ। ਇਹ ਸਵੇਰੇ ਹੀ ਜਦੋਂ ਉੱਠਦੇ ਹਨ ਤੇ ਮੇਰੇ ਅੰਦਰੋਂ ਇਹ ਭੌਂਕਣੇ ਸ਼ੁਰੂ ਹੋ ਜਾਂਦੇ ਹਨ। ਇਹ ਗੱਲ ਉੱਥੇ ਇੱਥੇ ਵੀ ਫਸਟ ਪਰਸਨ 'ਚ ਕਰ ਰਹੇ ਹਨ। ਜਿਵੇਂ ਕਿ ਅਗਲੇ ਪਦੇ ਜੋ ਰਾਹੋਂ ਦਾ ਬੰਦ ਹੈ, ਉੱਥੋਂ ਗੱਲ ਸਪਸ਼ਟ ਹੋ ਜਾਂਦੀ ਹੈ, ਮੈਂ ਪਤ ਕੀ ਪੰਧ ਨਾ ਕਰਨੀ ਕੀ ਕਾਰ, ਹੋਂ ਬਿਗੜੈ ਰੂਪ ਰਹਾ ਬਿਕਰਾਲ, ਤੇਰਾ ਏਕ ਨਾਮ ਤਾਰੇ ਸੰਸਾਰ, ਮੈਂ ਇਹ ਆਸ ਇਹੋ ਆਧਾਰ। ਇਹਦੇ ਤੇ ਕੋਈ ਡਾਊਟ ਹੀ ਨਹੀਂ ਹੈ ਕਿ ਇਹ ਗੱਲ ਜਿਹੜੀ ਹੈ ਫਸਟ ਪਰਸਨ 'ਚ ਹੋ ਰਹੀ ਹੈ। ਔਰ ਇਹਦੇ ਜੋ ਅਰਥ ਹਨ, ਜਿਵੇਂ ਦਰਪਣ ਤੋਂ ਮੈਂ ਪੜ੍ਹ ਕੇ ਆਪ ਜੀ ਨੂੰ ਸੁਣਾ ਰਿਹਾ ਹਾਂ ਕਿ ਹੇ ਪ੍ਰਮਾਤਮਾ, ਨਾ ਤੇ ਮੈਂ ਤੇਰੀ ਨਸੀਹਤ ਤੇ ਤੁਰਦਾ ਹਾਂ, ਨਾ ਕੋਈ ਮੇਰੀ ਕਰਨੀ ਚੰਗੀ ਹੈ। ਮੈਂ ਪਤ ਕੀ ਪੰਧ ਨਾ ਕਰਨੀ ਕੀ ਕਾਰ, ਨਾ ਮੇਰੀ ਇੱਜ਼ਤ ਵਾਲੀ ਕੋਈ ਚੰਗੀ ਕਰਨੀ ਹੈ, ਨਾ ਮੈਂ ਤੇਰੀ ਨਸੀਹਤ ਤੇ ਤੁਰਦਾ ਹਾਂ। ਹੋਂ ਬਿਗੜਿਆ ਰੂਪ ਰਹਾ ਬਿਕਰਾਲ। ਹੋਂ ਦਾ ਮਤਲਬ ਕੀ ਹੈ ਮੈਂ ਸਦਾ ਵਿਗੜੇ ਹੋਏ ਡਰਾਵਨੇ ਰੂਪ ਵਾਲਾ ਬਣਿਆ ਰਹਿੰਦਾ ਹਾਂ। ਬਿਕਰਾਲ ਦਾ ਮਤਲਬ ਹੀ ਹੁੰਦਾ ਹੈ ਕਿ ਬਹੁਤ ਹੀ ਡਰਾਵਨਾ ਤੇ ਵਿਗੜਿਆ ਹੋਇਆ। ਤੋ ਕਹਿੰਦੇ ਹਨ ਕਿ ਤੇਰਾ ਏਕ ਨਾਮ ਤਾਰੇ ਸੰਸਾਰ, ਮੈਂ ਇਹ ਆਸ ਇਹੋ ਆਧਾਰ। ਤੇ ਮੈਨੂੰ ਸਿਰਫ ਇਹੀ ਆਸ ਇਹੀ ਆਧਾਰ ਹੈ ਕਿ ਤੇਰਾ ਇੱਕ ਨਾਮ ਹੈ ਜਿਹੜਾ ਸੰਸਾਰ ਸਾਗਰ ਤੋਂ ਮੈਨੂੰ ਪਾਰ ਲੰਘਾ ਸਕਦਾ। ਤੇ ਸਾਰੀ ਗੱਲ ਫਸਟ ਪਰਸਨ 'ਚ ਕੀਤੀ ਗਈ ਹੈ। ਪਰ ਕੀ ਇੱਥੇ ਗੁਰੂ ਨਾਨਕ ਸਾਹਿਬ ਇਹ ਗੱਲ ਕਹਿ ਰਹੇ ਹਨ ਕਿ ਮੈਂ ਵਿਕਰਾਲ ਡਰਾਵਨੇ ਰੂਪ ਵਾਲਾ ਹਾਂ, ਮੈਂ ਵਿਗੜਿਆ ਹੋਇਆ ਹਾਂ, ਮੈਂ ਕੋਈ ਤੇਰੇ ਨਸੀਹਤ ਦੇ ਉੱਤੇ, ਤੇਰੇ ਹੁਕਮ ਦੇ ਅਨੁਸਾਰ ਮੈਂ ਕੋਈ ਕੰਮ ਹੀ ਨਹੀਂ ਕਰਦਾ। ਫਿਰ ਉਸ ਤੋਂ ਅੱਗੇ ਅਗਲੇ ਪਦੇ 'ਚ ਪੜੋ ਤੇ ਹੋਰ ਵੀ ਮਤਲਬ ਐਸੇ ਕਰਮਾਂ ਦੀ ਗੱਲ ਕੀਤੀ ਗਈ ਹੈ ਕਿ ਫਾਹੀ ਸੁਰਤ ਮਲੂਕੀ ਵੇਸ, ਹੋਂ ਠਗਵਾੜਾ ਠੱਗੀ ਦੇਸ। ਤੇ ਮੇਰੇ ਤੇ ਹਰ ਵੇਲੇ ਇਹ ਧਿਆਨ ਚ ਰਹਿੰਦਾ ਹੈ ਕਿ ਮੈਂ ਕਿਸੇ ਲੋਕਾਂ ਨੂੰ ਕਿਸੇ ਠੱਗੀ 'ਚ ਫਸਾ ਲਵਾਂ, ਤੇ ਮੈਂ ਲੇਕਿਨ ਫਕੀਰਾਂ ਵਾਲਾ ਲਿਬਾਸ ਪਾਇਆ ਹੋਇਆ ਹੈ। ਮੈਂ ਠੱਗੀ ਦਾ ਅੱਡਾ ਬਣਿਆ ਹੋਇਆ ਹਾਂ, ਦੇਸ਼ ਨੂੰ ਠੱਗ ਰਿਹਾ ਹਾਂ। ਤੇ ਸਾਰੀਆਂ ਗੱਲਾਂ ਫਸਟ ਪਰਸਨ 'ਚ ਹਨ। ਮੈਂ ਕੀਤਾ ਨਾ ਜਾਤਾ ਹਰਾਮ ਖੋਰ, ਹੋ ਕਿਆ ਮੂੰਹ ਦੇਸਾਂ ਦੁਸ਼ਟ ਚੋਰ। ਤੋ ਇੱਥੇ ਗੁਰੂ ਸਾਹਿਬ ਆਪਣੇ ਆਪ ਨੂੰ ਹਰਾਮ ਖੋਰ ਕਹਿ ਰਹੇ ਹਨ, ਮੈਂ ਦੁਸ਼ਟ ਚੋਰ ਕਹਿ ਰਹੇ ਹਨ ਆਪਣੇ ਆਪ ਨੂੰ। ਤਾਂ ਕੀ ਅਸੀਂ ਇੱਥੋਂ ਇਹ ਅੰਦਾਜ਼ਾ ਲਗਾਵਾਂਗੇ ਵੀ ਇਹ ਗੁਰੂ ਸਾਹਿਬ ਨੇ ਵਾਕਈ ਇਹ ਵਾਲੇ ਸਾਰੇ ਕਰਮ ਕੀਤੇ ਨੇ ਜਿਨ੍ਹਾਂ ਦਾ ਉਹ ਬਿਆਨ ਕਰ ਰਹੇ ਹਨ? तो ये गल कोई भी सेंसिबल बंदा किसी सूरत च इमेजिन भी नहीं कर सकता। तो कहने तो भाव की है, एक सिर्फ एक पोइट्रिक टेक्निक है कि जो दुनिया दी विच अवस्था है कई सारे लोगों की, बल्कि समाज के बहुतात लोगों की जो जी अवस्था होती है
ਗੁਰੂ ਸਾਹਿਬ ਉਸਨੂੰ ਸਾਹਮਣੇ ਇਮੇਜਿਨ ਕਰਕੇ ਆਪਣੇ ਉੱਤੇ ਫਸਟ ਪਰਸਨ ਤੇ ਕਰਕੇ ਉਹਨੂੰ ਪੇਸ਼ ਕਰਦੇ ਹਨ ਤੇ ਫਿਰ ਉਹਦਾ ਜੋ ਸੋਲੂਸ਼ਨ ਵੀ ਦਿੰਦੇ ਹਨ ਕਿ ਅਲਟੀਮੇਟਲੀ ਤਾਂ ਜੋ ਹੈ ਉਹ ਅਸਲੀ ਇਹੀ ਹੈ ਕਿ ਮੈਂ ਇਹ ਆਸ ਇਹੋ ਆਧਾਰ ਮੇਰਾ ਇੱਕ ਨਾਮ ਤਾਰੇ ਸੰਸਾਰ। ਉਹ ਇਹ ਸਿਰਫ ਇੱਕ ਪੋਇਟਰੀ ਦਾ ਢੰਗ ਹੈ, ਉਹੀ ਢੰਗ ਗੁਰੂ ਅਰਜਨ ਪਾਤਸ਼ਾਹ ਨੇ ਵੀ ਵਰਤਿਆ ਹੈ ਕਿ ਮੈਂ ਕੀਏ ਕਰਮ ਅਨੇਕਾ ਪਿਆਰੇ ਇਨ ਬਿਦ ਮਿਲ न जाई मैं किए कर्म अनेका हार पर्यो स्वामी के द्वारा दीजै बुद्ध विवेका। तो ये सिर्फ गल समझाने वास्ते अपने उत्ते उन्होंने फर्स्ट पर्सन का तरीका ही इस्तेमाल किया है कि हार पर्यो स्वामी के द्वारा दीजा बुद्ध विवेका। तो विवेक बुद्ध यही है कि मैनू चंगे ते माड़े दी ठीक ते गलत दी पहचान तुसी दे दिओ, मैनू पता लग जाए किहड़े कर्म करके कुछ नहीं प्राप्त होना ते किहड़े कर्म करन नाल परमात्मा दे नेड़े होया जा सकता है। तो ये प्रेरणादायक शब्द है जिन्होंने गुरु साहब ने फर्स्ट पर्सन के लैके समझाया है। किते किसी ने कोई कर्म नहीं ने, ये सिर्फ उन्होंने एनालिसिस किया है। तो आस है कि आप जी इस बेनती को प्रवान करोगे। जे किसी को होर इहदे बारे कोई शंका या कोई होर एडिशनल जानकारी कोई साझी करनी चाहते हो तो आप जी का स्वागत है जी। होइयां भुल्लां दी खिमा जी। वाहिगुरू जी का खालसा ਵਾਹਿਗੁਰੂ ਜੀ ਧੰਨਵਾਦ MP ਸਿੰਘ ਜੀ, ਤੁਸੀਂ ਬੜੀ ਵਿਸਥਾਰ ਸਹਿਤ ਦੱਸਿਆ ਔਰ ਗੱਲ ਜਿਹੜੀ ਸਮਝ ਵਿੱਚ ਆ ਗਈ ਹੈ। ਅੱਜ ਦੀ ਤਰੀਕ 'ਚ ਹੀ ਆਪਾਂ ਦੇਖਦੇ ਹਾਂ ਸਾਧ ਸੰਗਤ, ਜਿਸ ਵੇਲੇ ਕੋਈ ਬੁਲਾਰਾ ਕੋਈ ਗੱਲ ਕਰਦਾ ਤੇ ਉਹ ਇਹੀ ਕਹੇਗਾ ਅਸਾਂ ਲੋਕਾਂ ਦੇ ਇਹ ਹਾਲਾਤ ਨੇ। ਜਿਸ ਵੇਲੇ ਕੋਈ ਵੀ ਨੈਗੇਟਿਵ ਸਮਾਜਿਕ ਪੱਖ ਸਾਹਮਣੇ ਲਿਆਉਣਾ ਹੁੰਦਾ ਤੇ ਬੁਲਾਰਾ ਤਕਰੀਬਨ ਫਸਟ ਪਰਸਨ ਤੇ ਆਪਣੇ ਆਪ ਲਾ ਕੇ ਕਹੇਗਾ ਜੀ ਅਸੀਂ ਲੋਕ ਇਹ ਕਰਦੇ, ਅਸੀਂ ਲੋਕ ਇਹ ਕਰਦੇ। ਹਾਲਾਂਕਿ ਇਹ ਮਤਲਬ ਇਹ ਤੋਂ ਸਿੱਧ ਹੁੰਦਾ ਹੈ ਕਿ ਇੱਕ ਤਰੀਕਾ ਹੈਗਾ ਸਮਝਾਉਣ ਦਾ, ਜਿਹੜਾ ਗੁਰੂ ਨਾਨਕ ਸਾਹਿਬ ਜੀ ਨੇ ਵੀ ਇਹ ਵਰਤਿਆ ਫਸਟ ਪਰਸਨ ਦਾ। तो उम्मीद है जिन्हों का सवाल है राज रेखी जी, आप जी की भी यदि तसली बख्श उत्तर मिल गया होगा। तो धन्यवाद आप सब जी का साथ संगत जी।